ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਆਸਾ ਮਹਲਾ ਤੀਜਾ ਦੇ 25ਵੇਂ 25th ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਸਾ ਮਹਲਾ ਤੀਜਾ। ਆਸਾ ਆਸ ਕਰੇ ਸਭ ਕੋਈ, ਹੁਕਮੇ ਬੂਝੇ ਨਿਰਾਸਾ ਹੋਈ। ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੇ ਜਗਾਵੇ ਸੋਈ। ਆਸਾ ਆਸ ਕਰੇ ਸਭ ਕੋਈ, ਹੁਕਮੇ ਬੂਝੇ ਨਿਰਾਸਾ ਹੋਈ। ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੇ ਜਗਾਵੇ ਸੋਈ। ਸਤਿਗੁਰੂ ਨਾਮ ਬਜਾਇਆ ਵਿਣ ਨਾਵੇਂ ਭੂਖ ਨ ਜਾਈ। ਨਾਮੇ ਤਿਸਨਾ ਅਗਨ ਬੂਝੇ, ਨਾ ਮਿਲੇ ਤਿਸੇ ਰਜਾਈ ਰਹਾਓ। ਸਤਿਗੁਰੂ ਨਾਮ ਬਜਾਇਆ ਵਿਣ ਨਾਵੇਂ ਭੁੱਖ ਨ ਜਾਈ। ਨਾਮੇ ਤਿਸਨਾ ਅਗਨ ਬੂਝੇ, ਨਾਮ ਮਿਲੇ ਤਿਸੇ ਰਜਾਈ ਰਹਾਓ। ਕਲ ਕੀਰਤ ਸ਼ਬਦ ਪਛਾਨ, ਏਹਾ ਭਗਤ ਚੂਕੇ ਅਭਿਮਾਨ। ਸਤਿਗੁਰ ਸੇਵੀਏ ਹੋਵੇ ਪਰਵਾਨ, ਜਿਨ ਆਸਾ ਕੀਤੀ ਤਿਸਨੋ ਜਾਨ। ਕਲ ਕੀਰਤ ਸ਼ਬਦ ਪਛਾਨ, ਏਹਾ ਭਗਤ ਚੂਕੇ ਅਭਿਮਾਨ। ਸਤਿਗੁਰ ਸੇਵੀਏ ਹੋਵੇ ਪਰਵਾਨ, ਜਿਨ ਆਸਾ ਕੀਤੀ ਤਿਸਨੋ ਜਾਨ। ਤਿਸ ਕਿਆ ਦੀਜੇ ਜੇ ਸ਼ਬਦ ਸੁਣਾਏ, ਕਰ ਕਿਰਪਾ ਨਾਮ ਮਨ ਵਸਾਏ। ਇਹ ਸਿਰ ਦੀਜੇ ਆਪ ਗਵਾਏ, ਹੁਕਮੇ ਬੂਝੇ ਸਦਾ ਸੁਖ ਪਾਏ। ਤਿਸ ਕਿਆ ਦੀਜੇ ਜੇ ਸ਼ਬਦ ਸੁਣਾਏ, ਕਰ ਕਿਰਪਾ ਨਾਮ ਮਨ ਵਸਾਏ। ਇਹ ਸਿਰ ਦੀਜੇ ਆਪ ਗਵਾਏ, ਹੁਕਮੇ ਬੂਝੇ ਸਦਾ ਸੁਖ ਪਾਏ। ਆਪ ਕਰੇ ਤੇ ਆਪ ਕਰਾਏ, ਆਪੇ ਗੁਰਮੁਖ ਨਾਮ ਵਸਾਏ। ਆਪ ਭੁਲਾਵੇ ਆਪੇ ਮਾਰਗ ਪਾਏ, ਸੱਚੇ ਸ਼ਬਦ ਸੱਚ ਸਮਾਏ। ਆਪ ਕਰੇ ਤੇ ਆਪ ਕਰਾਏ, ਆਪੇ ਗੁਰਮੁਖ ਨਾਮ ਵਸਾਏ। ਆਪ ਭੁਲਾਵੇ ਆਪ ਮਾਰਗ ਪਾਏ, ਸੱਚੇ ਸ਼ਬਦ ਸੱਚ ਸਮਾਏ। ਸੱਚਾ ਸਭ ਸੱਚੀ ਹੈ ਬਾਣੀ, ਗੁਰਮੁਖ ਜੁਗ ਜੁਗ ਆਖ ਵਖਾਣੀ। ਮਨਮੁਖ ਮੋਹ ਭਰਮ ਭੁਲਾਣੀ, ਬਿਨ ਨਾਵੇਂ ਸਭ ਫਿਰੇ ਬਿਉਰਾਣੀ। ਸੱਚਾ ਸਭ ਸੱਚੀ ਹੈ ਬਾਣੀ, ਗੁਰਮੁਖ ਜੁਗ ਜੁਗ ਆਖ ਵਖਾਣੀ। ਮਨਮੁਖ ਮੋਹ ਭਰਮ ਭੁਲਾਣੀ, ਬਿਨ ਨਾਵੇਂ ਸਭ ਫਿਰੇ ਬਿਉਰਾਣੀ। ਤੀਨ ਭਵਨ ਮੇ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਉ ਦ੍ਰਿੜਾਇਆ। ਬਹੁ ਕਰਮ ਕਮਾਵੇ ਦੁਖ ਸਵਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਤੀਨ ਭਵਨ ਮੇ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਉ ਦ੍ਰਿੜਾਇਆ। ਬਹੁ ਕਰਮ ਕਮਾਵੇ ਦੁਖ ਸਵਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਅੰਮ੍ਰਿਤ ਮੀਠਾ ਸ਼ਬਦ ਵਿਚਾਰ, ਅੰਧਨ ਭੋਗੇ ਹਉਮੈ ਮਾਰ। ਸਹਿਜ ਆਨੰਦ ਕਿਰਪਾ ਧਾਰ, ਨਾਮ ਰਤੇ ਸਦਾ ਸੱਚ ਪਿਆਰ। ਅੰਮ੍ਰਿਤ ਮੀਠਾ ਸ਼ਬਦ ਵਿਚਾਰ, ਅੰਧਨ ਭੋਗੇ ਹਉਮੈ ਮਾਰ। ਸਹਿਜ ਆਨੰਦ ਕਿਰਪਾ ਧਾਰ, ਨਾਮ ਰਤੇ ਸਦਾ ਸੱਚ ਪਿਆਰ। ਹਰ ਜਪ ਪੜ੍ਹੀਏ ਗੁਰ ਸ਼ਬਦ ਵਿਚਾਰ, ਹਰ ਜਪ ਪੜ੍ਹੀਏ ਹਉਮੈ ਮਾਰ। ਹਰ ਜਪੀਏ ਪਾਏ ਸੱਚ ਪਿਆਰ, ਨਾਨਕ ਨਾਮ ਗੁਰਮੁਖ ਉਰਦਾਰ। ਹਰ ਜਪ ਪੜ੍ਹੀਏ ਗੁਰ ਸ਼ਬਦ ਵਿਚਾਰ, ਹਰ ਜਪ ਪੜ੍ਹੀਏ ਹਉਮੈ ਮਾਰ। ਹਰ ਜਪੀਏ ਪਏ ਸੱਚ ਪਿਆਰ, ਨਾਨਕ ਨਾਮ ਗੁਰਮੁਖ ਉਰਦਾਰ। ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ ਕਿ ਜੀਵ ਮਨੁੱਖ ਆਸ਼ਾਵਾਂ ਨਾਲ ਸਾਰੇ ਪਾਸਿਆਂ ਤੋਂ ਘਿਰਿਆ ਹੋਇਆ ਹੈ ਜੀ, ਅਤੇ ਇਹਨਾਂ ਆਸ਼ਾਵਾਂ ਵਿੱਚ ਵੀ ਪਰਮੇਸ਼ਰ ਹੀ ਲੀਨ ਹੈ ਜੀ, ਅਤੇ ਉਹ ਪਰਮੇਸ਼ਰ ਹੀ ਲੀਨ ਕਰਦਾ ਹੈ ਜੀ, ਉਹ ਹੀ ਲਾਉਂਦਾ ਹੈ ਜੀ, ਅਤੇ ਆਪ ਹੀ ਫਿਰ ਗੁਰਮੁਖ ਜਗਿਆਸਿਆਂ ਨੂੰ ਇਹਨਾਂ ਆਸਾਵਾਂ ਤੋਂ ਸੁਚੇਤ ਕਰਕੇ ਉਹਨਾਂ ਨੂੰ ਬਾਹਰ ਕੱਢਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਰੂਪ ਸਤਿਗੁਰ ਦੁਆਰਾ ਗੁਰਸ਼ਬਦ ਗੁਰਬਾਣੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਹੀ ਇਹ ਸੰਸਾਰਿਕ ਆਸ਼ਾਵਾਂ ਵਾਸਨਾਵਾਂ ਵਿਸ਼ੇ ਵਿਕਾਰ, ਇਹ ਮਾਇਆ ਜਾਲ ਆਸ਼ਾਵਾਂ ਦਾ ਕੱਟਦਾ ਹੈ ਜੀ।
ਗੁਰੂ ਜੀ ਆਖਦੇ ਨੇ ਸਭ ਪਰਮੇਸ਼ਰ ਆਪ ਹੀ ਕਰਦਾ ਕਰਾਉਂਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਪਛਾਣ ਕੇ ਪਰਮੇਸ਼ਰ ਨੂੰ ਮਨ ਵਿੱਚ ਵਸਾਉਣਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਮਨਮੁਖ ਜੀਵ ਨਾ ਗੁਰੂ ਦੀ ਸੇਵਾ ਕਰਦੇ ਹਨ ਗੁਰਬਾਣੀ ਦੀ, ਅਤੇ ਨਾ ਹੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਕੋਈ ਉਹਨਾਂ ਦੀ ਰੁਚੀ ਹੁੰਦੀ ਹੈ। ਫਿਰ ਗੁਰੂ ਜੀ ਆਖਦੇ ਹਨ ਗੁਰਬਾਣੀ ਸੇਵਾ ਦੁਆਰਾ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਜੀ। ਤਾਂ ਹੀ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲਿਵ ਲੱਗਦੀ ਹੈ ਜੀ। ਸੋ ਗੁਰੂ ਜੀ ਆਖਦੇ ਹਨ ਇਸ ਜਗਤ ਸੰਸਾਰ ਵਿੱਚ ਸਭ ਕੋਈ ਅਸੀਂ ਸਾਰੇ ਆਸਾਂ ਹੀ ਆਸਾਂ ਕਰਦੇ ਹਾਂ ਜੀ। ਹਰ ਤਰ੍ਹਾਂ ਦੀਆਂ ਆਸਾਂ ਅਸੀਂ ਲਗਾਈਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਹੁਕਮ ਨੂੰ ਸਮਝਦੇ ਹਨ ਉਹ ਗੁਰਮੁਖ ਇਹਨਾਂ ਆਸ਼ਾਵਾਂ ਇਹਨਾਂ ਆਸਾਂ ਤੋਂ ਰਹਿਤ ਹੋ ਜਾਂਦੇ ਹਨ ਜੀ, ਅਤੇ ਆਸਾ ਤ੍ਰਿਸ਼ਨਾ ਦੇ ਜਾਲ ਵਿੱਚ ਫਸ ਕੇ ਕਿਤਨੀ ਸਾਰੀ ਹੀ ਲੁਕਾਈ ਸੁੱਤੀ ਪਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਸ ਤੋਂ ਉਹੀ ਗੁਰਮੁਖ ਸੁਚੇਤ ਹੁੰਦੇ ਹਨ ਜੀ ਜਿਨ੍ਹਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਨਾਲ ਪਰਮੇਸ਼ਰ ਲਗਾਉਂਦਾ ਹੈ ਜੀ, ਤੇ ਉਹਨਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਹ ਸੋਝੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੂੰ ਸਤਿਗੁਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਪਰਮੇਸ਼ਰ ਨੇ ਸਮਝਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਇਸ ਸਪਸ਼ਟ ਹੋ ਜਾਂਦਾ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਮਾਇਆਵੀ ਭੁੱਖ ਤ੍ਰਿਸ਼ਨਾਵਾਂ ਨਹੀਂ ਜਾਂਦੀਆਂ ਜੀ। ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਹੀ ਆਸ਼ਾਵਾਂ ਤ੍ਰਿਸ਼ਨਾਵਾਂ ਦੀਆਂ ਅੱਗਾਂ ਬੁਝਦੀਆਂ ਹਨ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਉਸ ਪਰਮੇਸ਼ਰ ਦੀ ਰਜਾ ਉਸ ਦੀ ਕਿਰਪਾ ਉਸ ਦੀ ਮਿਹਰ ਨਾਲ ਮਿਲਦਾ ਹੈ ਜੀ, ਰਹਾਓ ਤੇ ਹੁਕਮ ਨਾਲ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਇਸ ਕਲਯੁਗ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਨੂੰ ਪਛਾਨਣਾ ਹੀ ਪਰਮੇਸ਼ਰ ਹਰ ਜਸ ਹੈ ਜੀ। ਇਹੀ ਸੱਚੀ ਭਗਤੀ ਹੈ ਜੀ, ਅਤੇ ਇਸ ਨਾਲ ਹੀ ਮਨ ਵਿੱਚੋਂ ਅਭਿਮਾਨ ਤ੍ਰਿਸ਼ਨਾਵਾਂ ਦੂਰ ਹੁੰਦੀਆਂ ਹਨ ਜੀ, ਅਤੇ ਸਤਿਗੁਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਸੇਵਾ ਨਾਲ ਹੀ ਈਸ਼ਵਰੀ ਦਰਗਾਹ ਵਿੱਚ ਪ੍ਰਵਾਨ ਚੜ੍ਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਨੇ ਆਸਾ ਪੈਦਾ ਕੀਤੀ ਹੈ ਜੀ ਉਸ ਪਰਮੇਸ਼ਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਹਿਚਾਨੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਗੁਰੂ ਨੂੰ ਕੀ ਭੇਟਾ ਕਰੀਏ ਜੋ ਗੁਰਸ਼ਬਦ ਗੁਰਬਾਣੀ ਨਾਮ ਸੁਣਾਉਂਦਾ ਹੈ ਜੀ, ਅਤੇ ਆਪਣੀ ਕਿਰਪਾ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਸਾਡੇ ਮਨ ਵਿੱਚ ਵਸਾਉਂਦਾ ਹੈ ਜੀ, ਅਤੇ ਉਸ ਪਰਮੇਸ਼ਰ ਅੱਗੇ ਆਪਾ ਭਾਵ ਤਿਆਗ ਕੇ ਖਤਮ ਕਰਕੇ ਸਿਰ ਭੇਟਾ ਕਰ ਦੇਣਾ ਚਾਹੀਦਾ ਹੈ ਜੀ। ਇਹ ਉਸ ਪਰਮੇਸ਼ਰ ਦਾ ਸ਼ੁਕਰ ਕਰਨਾ ਹੈ ਜੀ ਕਿ ਆਪਣੇ ਹਉਮੈ ਹੰਕਾਰ ਦਵੈਤ ਭਾਵ ਆਪਾ ਭਾਵ ਖਤਮ ਕਰਕੇ ਆਪਣੇ ਆਪ ਨੂੰ ਗੁਰੂ ਅੱਗੇ ਅਰਪਿਤ ਕਰਨਾ ਚਾਹੀਦਾ, ਉਹਦੀ ਸ਼ਰਨ ਲੈਣੀ ਚਾਹੀਦੀ ਹੈ, ਨਿਮਰਤਾ ਸਹਿਤ ਜਾਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਪਰਮੇਸ਼ਰ ਦੇ ਹੁਕਮ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਮਝ ਲੈਂਦੇ ਹਨ ਬੁੱਝ ਲੈਂਦੇ ਹਨ ਜੀ ਉਹ ਹੀ ਗੁਰਮੁਖ ਸਦਾ ਸੁਖ ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਸਭ ਕੁਝ ਆਪ ਕਰਦਾ ਹੈ ਤੇ ਆਪ ਹੀ ਜੀਵਾਂ ਤੋਂ ਕਰਾਉਂਦਾ ਹੈ ਜੀ, ਅਤੇ ਆਪ ਹੀ
ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰਮੁਖ ਜਗਿਆਸੂਆਂ ਦੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਵਸਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਉਹ ਜੀਵ ਪ੍ਰਾਣੀਆਂ ਨੂੰ ਆਪ ਹੀ ਗੁਰਸ਼ਬਦ ਗੁਰਬਾਣੀ ਨਾਮ ਭੁਲਾਉਂਦਾ ਹੈ ਜੀ, ਅਤੇ ਆਪ ਹੀ ਉਹਨਾਂ ਨੂੰ ਸਹੀ ਮਾਰਗ ਉੱਤੇ ਚਲਾਉਂਦਾ ਹੈ ਜੀ। ਇਸ ਤਰ੍ਹਾਂ ਜੀਵ ਮਨੁੱਖ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੱਚ ਵਿੱਚ ਸਮਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸੱਚਾ ਹੈ ਜੀ, ਅਤੇ ਗੁਰੂ ਦੀ ਬਾਣੀ ਵੀ ਸੱਚੀ ਹੈ ਜੀ, ਅਤੇ ਸੱਚੀ ਗੁਰਬਾਣੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਵੱਖਰੇ ਵੱਖਰੇ ਯੁੱਗ ਵਿੱਚ ਕਹਿ ਕੇ ਵਿਖਿਆਨ ਕੀਤੀ ਜਾਂਦੀ ਹੈ ਜੀ, ਵਿਖਾਣ ਕੀਤੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰ ਮਨਮੁਖ ਬਿਰਤੀ ਵਾਲੀ ਲੁਕਾਈ ਮੋਹ ਮਾਇਆ ਅਤੇ ਭਰਮਾਂ ਵਿੱਚ ਭੁੱਲੀ ਹੋਈ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਸਾਰੀ ਲੁਕਾਈ ਦੀਵਾਨੀ ਹੋਈ ਫਿਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਤਿੰਨਾਂ ਭਾਵਨਾ ਵਿੱਚ ਇੱਕੋ ਮਾਇਆ ਦੇ ਮੋਹ ਦਾ ਵਰਤਾਰਾ ਹੈ ਜੀ, ਅਤੇ ਮੂਰਖ ਧਰਮੀ ਲੋਕਾਂ ਨੇ ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਦਵੈਤ ਭਾਵ ਹੋਰ ਵੀ ਜ਼ਿਆਦਾ ਦ੍ਰਿੜ ਕਰਵਾ ਦਿੱਤਾ ਹੈ ਜੀ ਲੋਕਾਂ ਨੇ, ਅਤੇ ਸ਼ਾਸਤਰੀ ਅਨੁਸਾਰ ਨੇਕ ਕਰਮ ਕਾਂਡ ਕਰਨੇ ਇਹ ਹੋਰ ਵੀ ਜ਼ਿਆਦਾ ਦੁੱਖ ਸਹਿਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਤਿਗੁਰ ਦੇ ਗੁਰਸ਼ਬਦ ਗੁਰਬਾਣੀ ਨਾਮ ਸੇਵਾ ਕਰਨ ਨਾਲ ਸਦਾ ਸੱਚਾ ਸੁੱਖ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਿਚਾਰ ਕੇ ਮਿੱਠਾ ਅੰਮ੍ਰਿਤ ਰੂਪ ਰਸ ਕੱਢੀਦਾ ਹੈ ਜੀ, ਅਤੇ ਆਪਣੀ ਹਉਮੈ ਆਪਣੇ ਦਵੈਤ ਭਾਵ ਨੂੰ ਮਾਰ ਕੇ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਹਰ ਰੋਜ਼ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਰਸ ਨੂੰ ਮਾਣਿਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਕਿਰਪਾ ਕਰਕੇ ਗੁਰਮੁਖ ਸਾਧਕਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਹਿਜ ਆਨੰਦ ਦੀ ਅਵਸਥਾ ਵਿੱਚ ਉਹ ਪਹੁੰਚਦੇ ਹਨ ਜੀ। ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰੰਗੇ ਹੋਏ ਸੱਚੇ ਗੁਰਮੁਖ ਸੱਚੇ ਪਰਮੇਸ਼ਰ ਦੇ ਸੱਚੇ ਪ੍ਰੇਮ ਵਿੱਚ ਰਤੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਿਚਾਰ ਕੇ ਪਰਮੇਸ਼ਰ ਹਰ ਦੇ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਜੀ। ਪਰਮੇਸ਼ਰ ਹਰ ਦੀ ਗੁਰਬਾਣੀ ਜਪਣ ਨਾਲ ਹਉਮੈ ਨੂੰ ਮਾਰ ਕੇ ਗੁਰਬਾਣੀ ਉਚਾਰਨੀ ਚਾਹੀਦੀ ਹੈ ਜੀ, ਅਤੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਭੈ ਅਤੇ ਸੱਚੇ ਪਿਆਰ ਨਾਲ ਸਿਮਰਨਾ ਜਪਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਨਾਨਕ ਗੁਰਬਾਣੀ ਦੇ ਮਤ ਅਨੁਸਾਰ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਸਭ ਜਾਣਦੇ ਹੋ ਜੀ ਕਿ ਆਸਾ ਵਾਲਾ ਇਹ ਮੁਹਾਵਰਾ ਬੜਾ ਪ੍ਰਚਲਿਤ ਹੈ, ਜੋ ਕਿ ਜਬ ਲਗ ਸਾਸ ਤਬ ਲਗ ਆਸ। ਗੁਰੂ ਜੀ ਆਖਦੇ ਹਨ ਆਸਾ ਇੱਕ ਨਹੀਂ, ਇਸ ਦੇ ਕਈ ਪ੍ਰਕਾਰ ਦੇ ਤਰੰਗ ਬੇਸ਼ੁਮਾਰ ਹਨ ਜੀ, ਅਤੇ ਇਸ ਦੀਆਂ ਬ੍ਰਾਂਚਾਂ ਭਾਵ ਇਸ ਦੇ ਕਈ ਰੰਗ ਹਨ ਜੀ, ਕਈ ਤਰ੍ਹਾਂ ਦੀਆਂ ਹੈ ਜੀ। ਤ੍ਰਿਸ਼ਨਾ, ਭੁੱਖ, ਦੁੱਖ, ਸੁੱਖ, ਵਿਸ਼ੇ ਵਿਕਾਰ ਆਦਿ ਦੀ ਗਿਣਤੀ ਕਰਨੀ ਸੰਭਵ ਹੈ ਜੀ। ਗੁਰੂ ਜੀ ਆਖਦੇ ਹਨ ਇਹਨਾਂ ਆਸਾਵਾਂ ਦੀ ਨੀਂਦ ਵਿੱਚ ਇੱਕ ਨਹੀਂ ਸਾਰਾ ਜਗਤ ਸੰਸਾਰ ਹੀ ਸੁੱਤਾ ਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਇਸ ਵਿੱਚੋਂ ਜਾਗਣ ਦੀ ਜੁਗਤੀ ਸਾਡੇ ਗੁਰੂਆਂ ਨੇ ਸਾਨੂੰ ਦਰਸਾਈ ਹੈ ਜੀ, ਜੋ ਹੈ ਹੁਕਮ ਨੂੰ ਬੁੱਝਣਾ।
ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਹਨਾਂ ਆਸਾਵਾਂ ਤੋਂ ਜਾਗਦੇ ਉਹੀ ਗੁਰਮੁਖ ਹਨ ਜੀ ਜਿਨ੍ਹਾਂ ਨੂੰ ਪਰਮੇਸ਼ਰ ਆਪ ਜਗਾਉਂਦਾ ਹੈ ਜੀ। ਸੋ ਇਸ ਸ਼ਬਦ ਦਾ ਤੱਤ ਇਹ ਹੈ ਜੀ ਕਿ ਜਿਸ ਪਰਮੇਸ਼ਰ ਨੇ ਇਹ ਆਸਾਵਾਂ ਸਾਡੇ ਦਿਲ ਵਿੱਚ, ਸਾਡੇ ਵਿੱਚ ਪਾਈਆਂ ਹਨ, ਜਿਨ੍ਹਾਂ ਨੂੰ ਜਨਮ ਦਿੱਤਾ ਹੈ, ਉਸੀ ਦੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਸਾਂਝ ਪਾ ਕੇ ਉਸ ਪਰਮੇਸ਼ਰ ਨੂੰ ਪਛਾਣੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰੋ ਜੀ, ਕੀਰਤਨ ਕਰੋ ਜੀ, ਅਤੇ ਪਰਮੇਸ਼ਰ ਦੇ ਹੁਕਮ ਨੂੰ ਮੰਨਣ ਨਾਲ ਹੀ ਰੱਬੀ ਦਰਗਾਹ ਵਿੱਚ ਪ੍ਰਵਾਨ ਹੋਈਦਾ ਹੈ ਜੀ। ਫਿਰ ਗੁਰੂ ਜੀ ਪ੍ਰਸ਼ਨ ਕਰਦੇ ਹਨ, ਇਸ ਸ਼ਬਦ ਵਿੱਚ ਪ੍ਰਸ਼ਨ ਕਰਦੇ ਹਨ ਕਿ ਜਿਹੜੇ ਗੁਰਮੁਖ ਆਸਾਂ ਨੂੰ ਦੂਰ ਕਰਨ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਉਪਦੇਸ਼ ਸੁਣਦੇ ਹਨ, ਉਹਨਾਂ ਨੂੰ ਕੀ ਭੇਟਾ ਦੇਣੀ ਚਾਹੀਦੀ ਹੈ ਜੀ। ਫਿਰ ਗੁਰੂ ਜੀ ਆਪ ਹੀ ਇਸ ਸ਼ਬਦ ਵਿੱਚ ਉੱਤਰ ਦਿੰਦੇ ਹਨ। ਇਹ ਜਿਸ ਤਰ੍ਹਾਂ ਸ਼ਬਦ ਦੀ ਪੰਕਤੀ ਹੈ ਜੀ, ਇਹ ਸਿਰ ਦੀਜੇ ਆਪ ਗਵਾਏ, ਹੁਕਮੇ ਬੂਝੇ ਸਦਾ ਸੁਖ ਪਾਏ। ਇਹ ਸਿਰ ਦੀਜੇ ਆਪ ਗਵਾਏ, ਹੁਕਮੇ ਬੂਝੇ ਸਦਾ ਸੁਖ ਪਾਏ। ਇਹ ਸਿਰ ਦੀਜੇ, ਸਿਰ ਕਿਹੜਾ ਦੇਣਾ ਹੈ ਜੀ? ਹਉਮੈ ਹੰਕਾਰ ਦਵੈਤ ਆਪਾ ਭਾਵ, ਆਪਣੀ ਹਉਮੈ ਛੱਡਣੀ ਹੈ। ਆਪਣੇ ਵਿੱਚ ਹਉਮੈ ਹੰਕਾਰ ਕੱਢਾਂਗੇ ਤਾਂ ਹੀ ਗੁਰਸ਼ਬਦ ਗੁਰਬਾਣੀ ਨਾਮ ਦਾ ਵਾਸਾ ਹੋਏਗਾ ਨਾ ਜੀ, ਤਾਂ ਹੀ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੋਏਗੀ, ਉਸਨੂੰ ਬੁੱਝ ਸਕਾਂਗੇ। ਸੋ ਸਿਧਾਂਤ ਇਹ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਕੇ ਹੀ ਆਸਾ ਵਿੱਚ ਨਿਰਾਸਾ ਹੋਈਦਾ ਹੈ ਜੀ। ਪਰਮੇਸ਼ਰ ਦਾ ਹੁਕਮ ਬੁੱਝ ਕੇ ਹੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਸੇਵਾ ਕਰਨੀ ਚਾਹੀਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੋ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਕੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਿਚਾਰਨਾ, ਗੁਰਮਤਿ ਨੂੰ ਉਤਾਰਨਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦਾ ਮਿੱਠਾ ਰਸ ਪਰਮੇਸ਼ਰ ਨਾਲ ਪਿਆਰ ਕੀਤਿਆਂ ਹੀ ਪ੍ਰਾਪਤ ਹੁੰਦਾ ਹੈ ਜੀ। ਜਿਸ ਤਰ੍ਹਾਂ ਸ਼ਬਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਹਰ ਜਪ ਪੜ੍ਹੀਏ ਗੁਰਸ਼ਬਦ ਵਿਚਾਰ, ਹਰ ਜਪ ਪੜ੍ਹੀਏ ਹਉਮੈ ਮਾਰ। ਹਰ ਜਪ ਪੜ੍ਹੀਏ ਗੁਰਸ਼ਬਦ ਵਿਚਾਰ, ਹਰ ਜਪ ਪੜ੍ਹੀਏ ਹਉਮੈ ਮਾਰ। ਹਰ ਜਪੀਏ ਭਾਏ ਸੱਚ ਪਿਆਰ, ਨਾਨਕ ਨਾਮ ਗੁਰਮਤਿ ਤੁਰਦਾਰ। ਹਰ ਜਪੀਏ ਭਾਏ ਸੱਚ ਪਿਆਰ, ਨਾਨਕ ਨਾਮ ਗੁਰਮਤਿ ਉਰਤਾਰ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।